ਦੋਸਤੋ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਮਿਲਣ ਵਾਲੇ ਹਰ ਇਨਸਾਨ ਦੇ ਰੂਪ ਵਿੱਚ ਰੱਬ ਆਪਣਾ ਕੋਈ ਨਾ ਕੋਈ ਬੰਦਾ ਭੇਜਦਾ ਹੈ। ਪਰ ਅਫਸੋਸ ਅਕਸਰ ਅਸੀਂ ਉਹਨੂੰ ਪਛਾਣ ਨਹੀਂ ਕਰ ਪਾਉਂਦੇ। ਕਈ ਵਾਰ ਸਾਡਾ ਰਵੱਈਆ, ਸਾਡੀ ਸੋਚ ਤੇ ਸਾਡੀ ਨੀਅਤ ਇਹ ਤੈਅ ਕਰਦੀ ਹੈ ਕਿ ਕਿਸਮਤ ਸਾਡੇ ਨਾਲ ਕਿਹੋ ਜਿਹਾ ਸਲੂਕ ਕਰੀ ਹੈ। ਅਸੀਂ ਦਿਨ ਰਾਤ ਰੱਬ ਦੀ ਰਹਿਮਤ ਲਈ ਅਰਦਾਸਾਂ ਕਰਦੇ ਹਾਂ, ਪਰ ਜਦੋਂ ਉਸ ਦੀ ਰਹਿਮਤ ਕਿਸੇ ਅਣਜਾਣ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਹੈ ਤਾਂ ਅਸੀਂ ਉਸ ਨੂੰ ਠੁਕਰਾ ਦਿੰਦੇ ਹਾਂ। ਸਵਾਲ ਇਹ ਨਹੀਂ ਕਿ ਸਾਡੀ ਕਿੰਨੀ ਦੌਲਤ ਹੈ, ਅਸੀਂ ਕਿੰਨੀ ਆਲੀਸ਼ਾਨ ਜ਼ਿੰਦਗੀ ਵਿੱਚ ਜੀ ਰਹੇ ਹਾਂ। ਸਵਾਲ ਇਹ ਹੈ ਕਿ ਸਾਡਾ ਦਿਲ ਕਿੰਨਾ ਵੱਡਾ ਹੈ, ਅਸੀਂ ਕਿਸੇ ਦੀ ਮਦਦ ਕਰਨ ਲਈ ਤਿਆਰ ਹਾਂ ਜਾਂ ਨਹੀਂ। ਜ਼ਿੰਦਗੀ ਵਿੱਚ ਇੱਕੋ ਫੈਸਲਾ ਕਈ ਵਾਰ ਸਾਡੀ ਤਕਦੀਰ ਦਾ ਰੁਖ ਬਦਲ ਸਕਦਾ ਹੈ। ਇਹ ਕਹਾਣੀ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਵੇਗੀ ਕਿ ਕਿਧਰੇ ਅਸੀਂ ਵੀ ਆਪਣੇ ਹੰਕਾਰ ਦੇ ਲਾਲਚ ਵਿੱਚ ਫਸ ਕੇ ਚਮਤਕਾਰ ਨੂੰ ਗਵਾ ਤਾਂ ਨਹੀਂ ਬੈਠੇ। ਇਹ ਸਭ ਜਾਣਨ ਲਈ ਇਸ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣੋ। ਕਿਸੇ ਸ਼ਹਿਰ ਵਿੱਚ ਇੱਕ ਦਰਵੇਸ਼ ਫਕੀਰ ਰਹਿੰਦਾ ਸੀ, ਜੋ ਜ਼ਿਆਦਾਤਰ ਯਾਤਰਾ ਵਿੱਚ ਹੀ ਰਹਿੰਦਾ। ਕਦੇ ਉਹ ਰਾਜ ਦੇ ਕਿਸੇ ਪਿੰਡ ਵਿੱਚ ਨਜ਼ਰ ਆਉਂਦਾ ਤੇ ਕਦੇ ਕਿਸੇ ਹੋਰ ਪਿੰਡ ਵਿੱਚ। ਲੋਕ ਅਕਸਰ ਉਸ ਦਰਵੇਸ਼ ਨੂੰ ਲੱਭਦੇ ਰਹਿੰਦੇ ਨੇ, ਆਪਣੀਆਂ ਮੁਰਾਦਾਂ ਪੂਰੀਆਂ ਕਰਨ ਲਈ ਉਸ ਕੋਲੋਂ ਦੁਆਵਾਂ ਕਰਵਾਉਂਦੇ। ਇੱਕ ਵਾਰੀ ਉਹ ਦਰਵੇਸ਼ ਕਮਰ ਬੰਨ੍ਹ ਕੇ ਕਿਸੇ ਲੰਮੀ ਯਾਤਰਾ ਤੇ ਜਾ ਰਿਹਾ ਸੀ। ਤੁਰਦਿਆਂ ਤੁਰਦਿਆਂ ਉਹ ਥੱਕ ਗਿਆ ਸੀ, ਇੱਥੋਂ ਤੱਕ ਕਿ ਉਸਦੇ ਪੈਰ ਵੀ ਸੁੱਜ ਗਏ। ਉਸਨੂੰ ਭੁੱਖ ਵੀ ਬਹੁਤ ਤੇਜ਼ ਲੱਗ ਰਹੀ ਸੀ, ਫਿਰ ਵੀ ਉਹ ਤੁਰਦਾ ਹੀ ਰਿਹਾ। ਰੱਬ ਜਾਣੇ ਉਸਨੇ ਕਿੰਨੀ ਕੁ ਦੂਰ ਜਾਣਾ ਸੀ। ਸੂਰਜ ਡੁੱਬਣ ਲੱਗਾ, ਇੰਨੇ ਵਿੱਚ ਇੱਕ ਪਿੰਡ ਵਿੱਚ ਪਹੁੰਚ ਗਿਆ। ਸੋਚਣ ਲੱਗਾ ਕਿ ਅੱਜ ਰਾਤ ਇੱਥੇ ਕਿਤੇ ਆਰਾਮ ਕਰ ਲੈਣਾ ਹਾਂ, ਸਵੇਰ ਤੱਕ ਥਕਾਵਟ ਲਾ ਕੇ ਫਿਰ ਅੱਗੇ ਤੁਰਾਂਗਾ। ਇਹ ਸੋਚ ਕੇ ਉਹ ਇੱਕ ਵੱਡੇ ਸਾਰੇ ਆਲੀਸ਼ਾਨ ਮਕਾਨ ਦੇ ਦਰਵਾਜ਼ੇ ਤੇ ਗਿਆ ਤੇ ਦਰਵਾਜ਼ਾ ਖੜਕਾਉਣ ਲੱਗਾ। ਥੋੜੀ ਦੇਰ ਬਾਅਦ ਇੱਕ ਮੋਟੀ ਜਿਹੀ ਔਰਤ ਨੇ ਦਰਵਾਜ਼ਾ ਖੋਲਦੇ ਹੀ ਪੁੱਛਿਆ, ਕੌਣ ਹੈ ਤੂੰ ਤੇ ਕੀ ਚਾਹੁੰਦਾ ਹੈ? ਦਰਵੇਸ਼ ਨੇ ਬੜੀ ਨਰਮੀ ਨਾਲ ਜਵਾਬ ਦਿੱਤਾ ਕਿ ਮੈਂ ਇੱਕ ਮੁਸਾਫਿਰ ਹਾਂ, ਅੱਜ ਦੀ ਰਾਤ ਆਰਾਮ ਕਰਨ ਲਈ। ਜੇਕਰ ਤੁਸੀਂ ਆਪਣੇ ਘਰ ਵਿੱਚ ਥੋੜੀ ਜਿਹੀ ਥਾਂ ਦੇ ਦਿਓ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ। ਉਸ ਔਰਤ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਦਫਾ ਹੋ ਜਾ ਇੱਥੋਂ, ਮੈਂ ਤੇਰੇ ਵਰਗੇ ਹਰ ਨਿਕੰਮੇ ਬੰਦੇ ਉੱਤੇ ਇੰਝ ਹੀ ਮਿਹਰਬਾਨ ਨਹੀਂ ਹੁੰਦੀ। ਆਪਣੇ ਘਰ ਦਾ ਖਰਚਾ ਕਿਵੇਂ ਪੂਰਾ ਕਰਾਂਗੀ? ਉਹ ਦਰਵੇਸ਼ ਮੁਸਾਫਿਰ ਚਿਹਰੇ ਉੱਪਰ ਮੁਸਕਾਨ ਲੈ ਕੇ ਅੱਗੇ ਵਧ ਗਿਆ। ਉਸੇ ਔਰਤ ਦੇ ਪੜੋਸ ਵਿੱਚ ਇੱਕ ਛੋਟਾ ਜਿਹਾ ਟੁੱਟਿਆ ਫੁੱਟਿਆ ਮਕਾਨ ਸੀ। ਦਰਵੇਸ਼ ਨੇ ਉਸ ਮਕਾਨ ਦਾ ਦਰਵਾਜ਼ਾ ਖਟਖਟਾਇਆ ਤਾਂ ਇੱਕ ਕਮਜ਼ੋਰ ਬਜ਼ੁਰਗ ਔਰਤ ਨੇ ਦਰਵਾਜ਼ਾ ਖੋਲ੍ਹਿਆ ਤੇ ਕਿਹਾ ਕਿ ਭਾਈ ਕਿੱਥੋਂ ਆਇਆ ਹੈ ਤੇ ਕੀ ਚਾਹੀਦਾ ਹੈ? ਦਰਵੇਸ਼ ਨੇ ਕਿਹਾ, ਮਾਈ, ਮੈਂ ਇੱਕ ਥੱਕਿਆ ਹੋਇਆ ਮੁਸਾਫਿਰ ਹਾਂ, ਰਾਤ ਗੁਜ਼ਾਰਨ ਲਈ ਮੈਨੂੰ ਥੋੜੀ ਜਿਹੀ ਥਾਂ ਚਾਹੀਦੀ ਹੈ। ਜੇਕਰ ਅੱਜ ਰਾਤ ਤੁਸੀਂ ਮੈਨੂੰ ਆਪਣੇ ਘਰ ਵਿੱਚ ਥਾਂ ਦੇ ਦਿਓ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ। ਬਜ਼ੁਰਗ ਔਰਤ ਨੇ ਨਰਮੀ ਨਾਲ ਕਿਹਾ, ਆ ਜਾ ਭਾਈ, ਇਸ ਛੋਟੇ ਜਿਹੇ ਮਕਾਨ ਵਿੱਚ ਪਹਿਲਾਂ ਵੀ ਇੱਥੇ ਕਿੰਨੇ ਲੋਕ ਰਹਿੰਦੇ ਹਨ, ਜੇ ਤੂੰ ਵੀ ਆ ਜਾਵੇਂਗਾ ਤਾਂ ਕੀ ਫਰਕ ਪੈਂਦਾ ਹੈ? ਜਦੋਂ ਦਰਵੇਸ਼ ਅੰਦਰ ਗਿਆ ਤਾਂ ਉਸ ਔਰਤ ਨੇ ਮੰਜੇ ਉੱਤੇ ਪਏ ਕੱਪੜੇ ਇਕੱਠੇ ਕਰਕੇ ਇੱਕ ਪਾਸੇ ਰੱਖ ਦਿੱਤੇ ਤੇ ਮੰਜਾ ਮੁਸਾਫਰ ਦੇ ਆਰਾਮ ਲਈ ਖਾਲੀ ਕਰ ਦਿੱਤਾ। ਫਕੀਰ ਦੀ ਅੱਧੀ ਥਕਾਵਟ ਤਾਂ ਬਜ਼ੁਰਗ ਦੀ ਔਰਤ ਦੀ ਨਰਮੀ ਤੇ ਪਿਆਰ ਭਰੇ ਬੋਲਾਂ ਨਾਲ ਹੀ ਦੂਰ ਹੋ ਗਈ। ਉਹ ਘਰ ਦੇ ਅੰਦਰ ਜਾ ਕੇ ਮੰਜੇ ਤੇ ਬੈਠ ਗਿਆ ਤੇ ਬੈਠਿਆ ਬੈਠਿਆ ਉਹ ਇਸ ਛੋਟੇ ਜਿਹੇ ਘਰ ਦਾ ਜਾਇਜ਼ਾ ਲੈਣ ਲੱਗ ਪਿਆ। ਉਸਨੇ ਵੇਖਿਆ ਕਿ ਘਰ ਵਿੱਚ ਛੋਟੇ ਵੱਡੇ ਕਈ ਬੱਚੇ ਨੇ, ਜਿਨ੍ਹਾਂ ਦੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਸੀ। ਇਹ ਦੇਖ ਕੇ ਫਕੀਰ ਨੇ ਪੁੱਛਿਆ, ਮਾਈ, ਤੂੰ ਆਪਣੇ ਬੱਚਿਆਂ ਲਈ ਨਵੇਂ ਕੱਪੜੇ ਕਿਉਂ ਨਹੀਂ ਬਣਵਾ ਲੈਂਦੀ? ਬਜ਼ੁਰਗ ਔਰਤ ਨੇ ਠੰਡੇ ਹੌਂਕੇ ਭਰਦੇ ਕਿਹਾ ਕਿ ਬਾਬਾ, ਮੈਂ ਇੱਕ ਗਰੀਬ ਵਿਧਵਾ ਔਰਤ ਹਾਂ, ਮਿਹਨਤ ਮਜ਼ਦੂਰੀ ਕਰਕੇ ਕਿਸੇ ਤਰ੍ਹਾਂ ਇਹਨਾਂ ਦਾ ਪੇਟ ਭਰ ਦਿੰਦੀ ਹਾਂ, ਪਰ ਕੱਪੜੇ ਬਣਾਉਣ ਲਈ ਮੈਂ ਪੈਸੇ ਕਿੱਥੋਂ ਲਿਆਵਾਂ? ਆਪਣੇ ਵੱਲੋਂ ਤਾਂ ਬਹੁਤ ਕੋਸ਼ਿਸ਼ ਕਰਦੀ ਹਾਂ, ਪਰ ਮੇਰੇ ਕੋਲੋਂ ਸਭ ਕੁਝ ਪੂਰਾ ਨਹੀਂ ਹੁੰਦਾ। ਖੈਰ, ਹੁਣ ਖਾਣੇ ਦਾ ਸਮਾਂ ਹੋ ਗਿਆ, ਆਜੋ ਜੋ ਵੀ ਹੈ ਰੁੱਖਾ ਸੁੱਖਾ ਤੁਸੀਂ ਵੀ ਸਾਡੇ ਨਾਲ ਖਾ ਲਓ। ਦਰਵੇਸ਼ ਨੇ ਕੋਨੇ ਵਿੱਚ ਚੁੱਲ੍ਹੇ ਵਿੱਚ ਨਜ਼ਰ ਮਾਰੀ ਤੇ ਵੇਖਿਆ ਕਿ ਥੋੜੇ ਜਿਹੇ ਚੌਲ, ਕੁਝ ਰੋਟੀਆਂ ਤੇ ਪਤੀਲੀ ਵਿੱਚ ਤੇ ਪਤਲੀ ਜਿਹੀ ਦਾਲ ਰੱਖੀ ਹੋਈ ਸੀ, ਜੋ ਇਹਨਾਂ ਬੱਚਿਆਂ ਲਈ ਵੀ ਪੂਰੀ ਨਹੀਂ ਸੀ। ਇਹ ਦੇਖ ਕੇ ਉਸਨੇ ਕਿਹਾ ਕਿ ਮਾਈ, ਖਾਣਾ ਤਾਂ ਮੇਰੇ ਕੋਲ ਹੈਗਾ ਸੀ, ਜੋ ਥੋੜੀ ਦੇਰ ਪਹਿਲਾਂ ਮੈਂ ਖਾ ਲਿਆ। ਹੁਣ ਮੈਨੂੰ ਬਿਲਕੁਲ ਭੁੱਖ ਨਹੀਂ ਹੈ, ਤੂੰ ਬੱਚਿਆਂ ਨਾਲ ਖਾਣਾ ਖਾ ਲੈ, ਮੈਂ ਬਹੁਤ ਥੱਕਿਆ ਹੋਇਆ ਹਾਂ, ਹੁਣ ਮੈਂ ਥੋੜਾ ਸਮਾਂ ਆਰਾਮ ਕਰਨਾ ਚਾਹੁੰਦਾ ਹਾਂ। ਇੰਨਾ ਕਹਿੰਦੇ ਉਹ ਲੇਟ ਗਿਆ ਤੇ ਥੋੜੀ ਦੇਰ ਵਿੱਚ ਘਰਾੜੇ ਮਾਰਨ ਲੱਗ ਪਿਆ। ਸੋ ਸਵੇਰ ਹੋ ਗਈ। ਉੱਠਦੇ ਹੀ ਉਸਨੇ ਬਜ਼ੁਰਗ ਔਰਤ ਨੂੰ ਕਿਹਾ ਕਿ ਮਾਈ,
ਇੱਕ ਥੱਕੇ ਹਾਰੇ ਮੁਸਾਫਰ ਨੂੰ ਰਾਤ ਭਰ ਆਰਾਮ ਕਰਨ ਲਈ ਥਾਂ ਦੇ ਕੇ ਬਹੁਤ ਵੱਡਾ ਸੁੱਖ ਕਮਾਇਆ ਹੈ। ਮੈਂ ਤੇਰੀ ਮਹਿਮਾਨ ਨਵਾਜੀ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਦੁਆ ਕਰਦਾ ਹਾਂ ਕਿ ਰੱਬ ਕਰੇ ਤੂੰ ਅੱਜ ਸਵੇਰ ਤੋਂ ਜੋ ਵੀ ਕੰਮ ਸ਼ੁਰੂ ਕਰੇ ਉਹ ਕੰਮ ਸ਼ਾਮ ਤੱਕ ਕਰਦੀ ਰਹੇ। ਇਹ ਸੁਣ ਕੇ ਬਜ਼ੁਰਗ ਔਰਤ ਮੁਸਕਰਾਉਂਦੀ ਹੋਈ ਬੋਲੀ, ਫਕੀਰਾ, ਤੇਰੀ ਦੁਆ ਦੇ ਬਗੈਰ ਵੀ ਤਾਂ ਮੈਂ ਸਾਰਾ ਦਿਨ ਕੰਮ ਹੀ ਕਰਦੀ ਰਹਿੰਦੀ ਹਾਂ। ਸਵੇਰੇ ਉੱਠਦੇ ਹੀ ਕੰਮ ਵਿੱਚ ਮਸ਼ਰੂਫ ਹੋ ਜਾਂਦੀ ਹਾਂ, ਦਿਨ ਰਾਤ ਤੱਕ ਲੱਗੀ ਰਹਿੰਦੀ ਹਾਂ, ਪਰ ਕੰਮ ਤਾਂ ਫਿਰ ਵੀ ਮੁੱਕਣ ਦਾ ਨਾਮ ਹੀ ਨਹੀਂ ਲੈਂਦੇ। ਬਜ਼ੁਰਗ ਔਰਤ ਇਹ ਗੱਲਾਂ ਕਰ ਹੀ ਰਹੀ ਸੀ ਤੇ ਉਸਨੇ ਅੱਖਾਂ ਚੁੱਕ ਕੇ ਵੇਖਿਆ ਕਿ ਦਰਵੇਸ਼ ਮੁਸਾਫਿਰ ਉੱਥੋਂ ਜਾ ਚੁੱਕਾ ਸੀ। ਦਰਵੇਸ਼ ਦੇ ਚਲੇ ਜਾਣ ਤੋਂ ਬਾਅਦ ਉਸ ਔਰਤ ਨੇ ਆਪਣੇ ਬੱਚਿਆਂ ਵੱਲ ਵੇਖਿਆ ਤੇ ਸੋਚਣ ਲੱਗ ਪਈ ਕਿ ਦਰਵੇਸ਼ ਠੀਕ ਹੀ ਤਾਂ ਕਹਿ ਰਿਹਾ ਸੀ ਕਿ ਮੇਰੇ ਬੱਚਿਆਂ ਦੇ ਕੱਪੜੇ ਸੱਚਮੁੱਚ ਚਿਥੜੇ ਹੋ ਗਏ ਹਨ। ਮੇਰੇ ਇਹ ਬੱਚੇ ਆਖਰ ਬਿਲਕੁਲ ਲਾਵਾਰਿਸ ਤਾਂ ਨਹੀਂ, ਤਾਂ ਉਹਨਾਂ ਦੀ ਮਾਂ ਹਜੇ ਜਿੰਦਾ ਹੈ। ਘਰ ਵਿੱਚ ਕੱਪੜੇ ਦਾ ਟੁਕੜਾ ਤਾਂ ਪਿਆ ਹੋਇਆ ਹੈ, ਸਭ ਲਈ ਨਾ ਸਹੀ ਕਿਸੇ ਇੱਕ ਦੇ ਨਾਪ ਦਾ ਤਾਂ ਕੁਝ ਬਣਾਇਆ ਜਾ ਸਕਦਾ ਹੈ। ਜਰਾ ਨਾਪ ਲੈ ਕੇ ਵੇਖਾਂ, ਸ਼ਾਇਦ ਵੱਡੇ ਬੱਚੇ ਦਾ ਕੁੜਤਾ ਹੀ ਬਣ ਜਾਵੇ। ਫਿਰ ਛੋਟੇ ਬੱਚੇ ਦਾ ਇਹ ਸੋਚ ਉਹ ਪੜੋਸਣ ਕੋਲੋਂ ਮਾਪਣ ਵਾਲਾ ਫੀਤਾ ਲੈਣ ਚਲੀ ਗਈ। ਵਾਪਸ ਆ ਕੇ ਉਸਨੇ ਸੰਦੂਕ ਵਿੱਚੋਂ ਇੱਕ ਕੱਪੜਾ ਕੱਢਿਆ ਤੇ ਵੱਡੇ ਬੱਚੇ ਦੇ ਕੁੜਤੇ ਦੇ ਲਈ ਇਸ ਵਿੱਚੋਂ 1.5 ਗਜ ਕੱਪੜਾ ਮਾਪ ਲਿਆ। ਹੁਣ ਇਹ ਦੇਖ ਕੇ ਉਹ ਬਹੁਤ ਹੈਰਾਨ ਹੋਈ ਕਿ ਕੱਪੜਾ ਹਾਲੇ ਵੀ ਓਨਾ ਹੀ ਸੀ। ਉਸਨੇ ਦੂਸਰੇ ਬੱਚੇ ਦੇ ਕੁੜਤੇ ਲਈ ਕੱਪੜਾ ਨਾਪ ਲਿਆ। ਫਿਰ ਤੋਂ ਚਮਤਕਾਰ ਹੋਇਆ, ਕੱਪੜਾ ਫਿਰ ਵੀ ਓਨਾ ਹੀ ਸੀ। ਇਸ ਤੋਂ ਬਾਅਦ ਉਸਨੇ ਸਾਰੇ ਬੱਚਿਆਂ ਲਈ ਕੱਪੜਾ ਨਾਪ ਲਿਆ ਤੇ ਕੱਪੜਾ ਫਿਰ ਵੀ ਓਨਾ ਹੀ ਸੀ ਤੇ ਸੈਂਕੜੇ ਵਾਰੀ ਨਾਪਣ ਦੇ ਬਾਵਜੂਦ ਵੀ ਕੱਪੜੇ ਦਾ ਟੁਕੜਾ ਜਿਵੇਂ ਤੋਂ ਤਿਵੇਂ ਹੀ ਰਿਹਾ। ਫਰਸ਼ ਤੇ ਨਾਪੇ ਹੋਏ ਕੱਪੜਿਆਂ ਦਾ ਢੇਰ ਲੱਗ ਗਿਆ, ਪਰ ਕੱਪੜਾ ਸੀ ਕਿ ਮੁੱਕਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ। ਪਰ ਜਿਵੇਂ ਹੀ ਸੂਰਜ ਡੁੱਬਿਆ ਉਹ ਕੱਪੜਾ ਵੀ ਨਾਲ ਹੀ ਖਤਮ ਹੋ ਗਿਆ। ਉਸ ਵੇਲੇ ਕਿਸੇ ਨੇ ਦਰਵਾਜ਼ੇ ਤੇ ਦਸਤਕ ਦਿੱਤੀ ਤਾਂ ਬਜ਼ੁਰਗ ਔਰਤ ਦਰਵਾਜ਼ੇ ਵੱਲ ਦੌੜੀ। ਦਰਵਾਜ਼ਾ ਖੋਲ ਕੇ ਵੇਖਿਆ ਤਾਂ ਪੜੋਸਣ ਆਪਣਾ ਫੀਤਾ ਵਾਪਸ ਲੈਣ ਲਈ ਆਈ ਸੀ। ਅਸਲ ਵਿੱਚ ਉਸਨੂੰ ਫੀਤੇ ਦੀ ਕੋਈ ਲੋੜ ਨਹੀਂ ਸੀ। ਉਹ ਤਾਂ ਸਿਰਫ ਇਹ ਜਾਣਨ ਲਈ ਬੇਚੈਨ ਸੀ ਕਿ ਇਸ ਗਰੀਬ ਔਰਤ ਕੋਲ ਅਜਿਹੀ ਕਿਹੜੀ ਚੀਜ਼ ਆ ਗਈ ਹੈ ਜਿਸ ਨੂੰ ਉਹ ਨਾਪਣ ਲਈ ਉਹ ਹੁਣ ਤੱਕ ਫੀਤਾ ਵਾਪਸ ਕਰਨ ਨਹੀਂ ਆਈ। ਹੁਣ ਜਦੋਂ ਪੜੋਸਣ ਨੇ ਇਹ ਦੇਖਿਆ ਤਾਂ ਉਸਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਸਾਰਾ ਘਰ ਨਵੇਂ ਤੇ ਵਧੀਆ ਕੱਪੜੇ ਨਾਲ ਭਰਿਆ ਪਿਆ ਸੀ। ਉਹ ਔਰਤ ਵੇਖ ਕੇ ਹੈਰਾਨ ਹੋ ਗਈ ਤੇ ਪੁੱਛਣ ਲੱਗੀ, ਇੰਨਾ ਸਾਰਾ ਕੱਪੜਾ ਅੱਜ ਤੇਰੇ ਕੋਲ ਕਿੱਥੋਂ ਆ ਗਿਆ? ਗਰੀਬ ਔਰਤ ਨੇ ਜਵਾਬ ਦਿੱਤਾ ਕਿ ਇਹ ਤਾਂ ਸਮਝ ਮੈਨੂੰ ਵੀ ਨਹੀਂ ਆ ਰਿਹਾ। ਮੇਰੇ ਕੋਲ ਤਾਂ ਸਿਰਫ ਇੱਕ ਕੱਪੜੇ ਦਾ ਟੁਕੜਾ ਸੀ ਜਿਸ ਨੂੰ ਮੈਂ ਨਾਪ ਕੇ ਵੇਖਣਾ ਚਾਹੁੰਦੀ ਸੀ ਕਿ ਇਸ ਵੱਡੇ ਬੱਚੇ ਦਾ ਕੁੜਤਾ ਬਣ ਸਕਦਾ ਹੈ ਜਾਂ ਨਹੀਂ। ਪਰ ਇਹ ਟੁਕੜਾ ਨਾਪਦਿਆਂ ਸ਼ਾਮ ਹੋ ਗਈ। ਫਿਰ ਜਾ ਕੇ ਇਹ ਕੱਪੜਾ ਮੁੱਕਣ ਲੱਗਾ। ਉਹ ਦਰਵੇਸ਼, ਉਹ ਫਕੀਰ ਮੁਸਾਫਿਰ ਸੱਚਮੁੱਚ ਕੋਈ ਰੱਬ ਦਾ ਖਾਸ ਭਗਤ ਸੀ ਜਿਨੇ ਜਾਂਦੇ ਜਾਂਦੇ ਮੈਨੂੰ ਦੁਆ ਦਿੱਤੀ ਸੀ। ਅਮੀਰ ਪੜੋਸਣ ਨੇ ਪੁੱਛਿਆ ਕਿ ਉਹ ਮੁਸਾਫਿਰ ਕੌਣ ਸੀ ਤੇ ਤੈਨੂੰ ਕੀ ਦੁਆ ਦਿੱਤੀ ਸੀ? ਗਰੀਬ ਔਰਤ ਨੇ ਜਦੋਂ ਸਾਰਾ ਕਿੱਸਾ ਸੁਣਾਇਆ ਤਾਂ ਅਮੀਰ ਪੜੋਸਣ ਨੇ ਪਛਤਾਵੇ ਵਿੱਚ ਆਪਣੇ ਮੱਥੇ ਤੇ ਹੱਥ ਮਾਰਿਆ ਤੇ ਘਰ ਜਾ ਕੇ ਉਸਨੇ ਸੋਚਿਆ ਕਿ ਇਹ ਉਹੀ ਮੁਸਾਫਿਰ ਸੀ ਜੋ ਸਭ ਤੋਂ ਪਹਿਲਾਂ ਉਸਦੇ ਘਰ ਆਇਆ ਸੀ ਤੇ ਉਸਨੇ ਉਸਨੂੰ ਧੱਕੇ ਮਾਰ ਕੇ ਭਜਾ ਦਿੱਤਾ ਸੀ। ਹੁਣ ਉਹ ਆਪਣੇ ਕੀਤੇ ਤੇ ਬਹੁਤ ਪਛਤਾਵਾ ਕਰ ਰਹੀ ਸੀ। ਘਰ ਵਾਪਸ ਆ ਕੇ ਉਸਨੇ ਆਪਣੇ ਨੌਕਰ ਨੂੰ ਹੁਕਮ ਦਿੱਤਾ ਕਿ ਫੌਰਨ ਜਾ ਕੇ ਉਸ ਮੁਸਾਫਰ ਨੂੰ ਲੱਭ ਕੇ ਲਿਆ। ਜਦੋਂ ਤੱਕ ਉਹ ਨਾ ਮਿਲੇ ਤੂੰ ਵੀ ਵਾਪਸ ਨਾ ਆਈ। ਅਗਲੇ ਦਿਨ ਸਵੇਰੇ ਹੀ ਨੌਕਰ ਘੋੜੇ ਤੇ ਸਵਾਰ ਹੋ ਕੇ ਫਕੀਰ ਮੁਸਾਫਰ ਦੀ ਤਲਾਸ਼ ਵਿੱਚ ਨਿਕਲ ਗਿਆ। ਉਹ ਸਾਰਾ ਦਿਨ ਉਸ ਮੁਸਾਫਰ ਨੂੰ ਲੱਭਦਾ ਰਿਹਾ। ਆਖਿਰ ਇੱਕ ਰਾਤ ਇਸ ਨੂੰ ਉਹ ਮੁਸਾਫਰ ਮਿਲ ਹੀ ਗਿਆ। ਪਛਾਣ ਦੇ ਲਈ ਉਸਨੇ ਪੁੱਛਿਆ ਕਿ ਬਾਬਾ ਤੂੰ ਉਹੀ ਮੁਸਾਫਰ ਹੈ ਜੋ ਪਿਛਲੀ ਰਾਤ ਫਲਾਣੇ ਪਿੰਡ ਵਿੱਚ ਇੱਕ ਬਜ਼ੁਰਗ ਵਿਧਵਾ ਔਰਤ ਦੇ ਘਰ ਵਿੱਚ ਰਿਹਾ ਸੀ? ਦਰਵੇਸ਼ ਮੁਸਾਫਰ ਨੇ ਜਦੋਂ ਹਾਂ ਵਿੱਚ ਜਵਾਬ ਦਿੱਤਾ ਤਾਂ ਨੌਕਰ ਨੇ ਕਿਹਾ ਕਿ ਮੇਰੀ ਮਾਲਕਨ ਤੁਹਾਡੇ ਨਾਲ ਕੁਝ ਜ਼ਰੂਰੀ ਗੱਲ ਕਰਨਾ ਚਾਹੁੰਦੀ ਹੈ, ਤੁਸੀਂ ਮੇਰੇ ਨਾਲ ਵਾਪਸ ਚੱਲੋ। ਦਰਵੇਸ਼ ਨੇ ਥੋੜਾ ਸੋਚ ਕੇ ਪੁੱਛਿਆ ਕਿ ਕੌਣ ਮਾਲਕਨ ਤੇ ਕਿਹੜਾ ਕੰਮ? ਤੇ ਜਦੋਂ ਨੌਕਰ ਨੇ ਆਪਣੀ ਮਾਲਕਨ ਬਾਰੇ ਦੱਸਿਆ ਤਾਂ ਫਕੀਰ ਨੇ ਉਸ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਨੌਕਰ ਨੇ ਮਿੰਨਤਾਂ ਕਰਦੇ ਕਿਹਾ ਕਿ ਬਾਬਾ ਜੇ ਤੁਸੀਂ ਮੇਰੇ ਨਾਲ ਨਹੀਂ ਚੱਲੋਗੇ ਤਾਂ ਉਹ ਮੈਨੂੰ ਜਿੰਦਾ ਨਹੀਂ ਛੱਡੇਗੀ। ਫਿਰ ਦਰਵੇਸ਼ ਨੇ ਹੱਸਦੇ ਹੋਏ ਕਿਹਾ, ਅਗਰ ਇਹ ਗੱਲ ਹੈ ਤਾਂ ਜ਼ਰੂਰ ਚੱਲਾਂਗਾ। ਇਧਰ ਦੂਜੇ ਪਾਸੇ ਨੌਕਰ ਦੇ ਚਲੇ ਜਾਣ ਤੋਂ ਬਾਅਦ ਅਮੀਰ ਔਰਤ ਨੇ
ਬਹੁਤ ਵਧੀਆ ਤੇ ਸਵਾਦਿਸ਼ਟ ਖਾਣੇ ਬਣਾਉਣੇ ਸ਼ੁਰੂ ਕਰ ਦਿੱਤੇ ਸੀ ਤੇ ਫਕੀਰ ਦੀ ਖਾਤਰਦਾਰੀ ਲਈ ਸਾਰੇ ਇੰਤਜ਼ਾਮ ਮੁਕੰਮਲ ਕਰ ਲਏ ਸੀ। ਜਦੋਂ ਮੁਸਾਫਿਰ ਦਰਵੇਸ਼ ਵਾਪਸ ਆਇਆ ਤਾਂ ਅਮੀਰ ਔਰਤ ਬੜੀ ਖੁਸ਼ ਹੋਈ ਤੇ ਉਸਦੀ ਖਾਤਰਦਾਰੀ ਵਿੱਚ ਕੋਈ ਕਸਰ ਨਾ ਛੱਡੀ। ਆਰਾਮ ਲਈ ਸਾਫ਼ ਸੁਥਰਾ ਤੇ ਨਰਮ ਬਿਸਤਰ ਵਿਛਾਇਆ ਗਿਆ। ਨੌਕਰ ਨੂੰ ਹੁਕਮ ਦਿੱਤਾ ਕਿ ਉਹਦੀ ਪੂਰੀ ਖਿਦਮਤ ਕਰੇ। ਦਰਵੇਸ਼ ਮੁਸਾਫਿਰ 3-4 ਦਿਨ ਉੱਥੇ ਹੀ ਟਿਕਿਆ ਰਿਹਾ। ਇਸੇ ਦੌਰਾਨ ਔਰਤ ਨੇ ਉਸਨੂੰ ਜਾਣ ਲਈ ਤਾਂ ਨਹੀਂ ਕਿਹਾ, ਪਰ ਖਾਣ ਪੀਣ ਵਿੱਚ ਹਰ ਰੋਜ਼ ਕਮੀ ਆਉਂਦੀ ਗਈ। ਇੱਥੋਂ ਤੱਕ ਕਿ ਚੌਥੇ ਦਿਨ ਨਾਸ਼ਤੇ ਦੇ ਵਿੱਚ ਚਾਹ ਦੇ ਨਾਲ ਕੁਝ ਹੋਰ ਖਾਣ ਨੂੰ ਨਹੀਂ ਦਿੱਤਾ। ਦਰਵੇਸ਼ ਮੁਸਾਫਰ ਨੇ ਜਦੋਂ ਇਹ ਹਾਲਤ ਦੇਖੀ ਤਾਂ ਉਸਨੇ ਉੱਥੋਂ ਚਲੇ ਜਾਣਾ ਹੀ ਠੀਕ ਸਮਝਿਆ। ਉਸਨੇ ਮਾਲਕਨ ਨੂੰ ਬੁਲਾ ਕੇ ਇਜਾਜ਼ਤ ਮੰਗੀ। ਇਹ ਸੁਣ ਕੇ ਅਮੀਰ ਔਰਤ ਬੜੀ ਖੁਸ਼ ਹੋਈ ਤੇ ਉਸਨੂੰ ਘਰ ਵਿੱਚ ਰੁਕਣ ਲਈ ਵੀ ਨਹੀਂ ਕਿਹਾ। ਉਹ ਦਰਵੇਸ਼ ਨੂੰ ਘਰ ਤੋਂ ਬਾਹਰ ਛੱਡਣ ਲਈ ਵੀ ਗਈ। ਦਰਵੇਸ਼ ਵੀ ਚੁੱਪਚਾਪ ਤੁਰ ਪਿਆ। ਫਿਰ ਅਮੀਰ ਔਰਤ ਤੋਂ ਰਿਹਾ ਨਹੀਂ ਗਿਆ ਤੇ ਉਹ ਬੋਲ ਪਈ ਕਿ ਫਕੀਰ ਜੀ, ਜਾਂਦੇ ਜਾਂਦੇ ਮੈਨੂੰ ਕੋਈ ਦੁਆ ਨਹੀਂ ਦਿਓਗੇ? ਦਰਵੇਸ਼ ਮੁਸਾਫਰ ਨੇ ਉਸਦਾ ਸ਼ੁਕਰੀਆ ਕਰਦਿਆਂ ਕਿਹਾ ਕਿ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਦੁਆ ਕਰਦਾ ਹਾਂ ਕਿ ਤੁਸੀਂ ਅੱਜ ਜੋ ਵੀ ਕੰਮ ਕਰੋ ਸ਼ਾਮ ਤੱਕ ਉਹੀ ਕਰਦੇ ਰਹੋ। ਇਹ ਸੁਣ ਕੇ ਔਰਤ ਬਹੁਤ ਖੁਸ਼ ਹੋਈ। ਉਹ ਖੁਸ਼ੀ ਨਾਲ ਝੂਮਦੀ ਕਰਦੇ ਅੰਦਰ ਗਈ। ਕੱਪੜੇ ਦਾ ਸਭ ਤੋਂ ਵਧੀਆ ਟੁਕੜਾ ਸੰਦੂਕ ਵਿੱਚੋਂ ਕੱਢਿਆ। ਉਹ ਸੋਚਣ ਲੱਗੀ ਕਿ ਇਹ ਕਿੰਨਾ ਸ਼ਾਨਦਾਰ ਕੱਪੜਾ ਹੈ। ਹੁਣ ਮੈਂ ਸ਼ਾਮ ਤੱਕ ਇਸ ਨੂੰ ਨਾਪਦੀ ਰਹਾਂਗੀ ਤੇ ਕੱਪੜਾ ਮੁੱਕੇਗਾ ਨਹੀਂ। ਇਸ ਤਰੀਕੇ ਨਾਲ ਮੇਰੇ ਕੋਲ ਇਸ ਸ਼ਾਨਦਾਰ ਕੱਪੜੇ ਦੇ ਕਈ ਥਾਨ ਇਕੱਠੇ ਹੋ ਜਾਣਗੇ। ਉਹ ਸੋਚਦੀ ਰਹੀ ਕਿ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਲਈ ਤੇ ਆਪਣੀ ਧੀ ਲਈ ਨਵੇਂ ਕੱਪੜੇ ਤਿਆਰ ਕਰਵਾਵਾਂਗੀ, ਤਾਂ ਜੋ ਕੱਪੜਾ ਵੱਧ ਜਾਵੇਗਾ ਉਹ ਵੇਚ ਕੇ ਹਜ਼ਾਰਾਂ ਰੁਪਏ ਕਮਾ ਲਵਾਂਗੀ। ਉਸਨੇ ਕੱਪੜਾ ਮੇਜ਼ ਤੇ ਰੱਖਿਆ ਤੇ ਕੱਪੜਾ ਨਾਪਣ ਦੇ ਲਈ ਫੀਤਾ ਲੈਣ ਚਲੀ ਗਈ। ਪਰ ਫੀਤੇ ਨੂੰ ਹੱਥ ਲਗਾਉਣ ਤੋਂ ਪਹਿਲਾਂ ਉਸਨੂੰ ਯਾਦ ਆਇਆ ਕਿ ਰਾਤ ਦਾ ਬਚਿਆ ਹੋਇਆ ਆਟਾ ਪਿਆ ਹੈ। ਉਹ ਸੋਚਣ ਲੱਗੀ ਕਿ ਜੇ ਐਵੇਂ ਪਿਆ ਰਿਹਾ ਤਾਂ ਆਟਾ ਖੱਟਾ ਹੋ ਜਾਵੇਗਾ। ਕਿਉਂ ਨਾ ਪਹਿਲਾਂ ਨੌਕਰ ਲਈ ਰੋਟੀ ਬਣਾ ਦੇਵਾਂ ਤੇ ਫਿਰ ਆਰਾਮ ਨਾਲ ਸਾਰਾ ਦਿਨ ਕੱਪੜਾ ਨਾਪਦੀ ਰਹਾਂਗੀ। ਫੀਤਾ ਉੱਥੇ ਹੀ ਛੱਡ ਕੇ ਉਹ ਰਸੋਈ ਵਿੱਚ ਚਲੀ ਗਈ। ਇੱਧਰ ਨੌਕਰ ਨੇ ਪਹਿਲਾਂ ਹੀ ਤੰਦੂਰ ਵਿੱਚ ਅੱਗ ਸੁਗਾ ਦਿੱਤੀ ਸੀ, ਪਰ ਕੰਮ ਜਲਦੀ ਮੁਕਾਉਣ ਲਈ ਔਰਤ ਨੇ ਉਸ ਅੱਗ ਨੂੰ ਹੋਰ ਵੀ ਤੇਜ਼ ਕਰ ਦਿੱਤਾ ਤੇ ਖੁਦ ਰਾਤ ਦੇ ਬਚੇ ਹੋਏ ਆਟੇ ਨੂੰ ਹੋਰ ਚੰਗੀ ਤਰ੍ਹਾਂ ਗੁੰਨ ਕੇ ਨਰਮ ਕਰਨ ਵਿੱਚ ਲੱਗ ਗਈ। ਥੋੜੀ ਹੀ ਦੇਰ ਵਿੱਚ ਉਸਨੇ ਕਈ ਰੋਟੀਆਂ ਤੰਦੂਰ ਵਿੱਚ ਲਾ ਦਿੱਤੀਆਂ, ਪਰ ਤੰਦੂਰ ਵਿੱਚ ਲੋੜ ਤੋਂ ਵੱਧ ਅੱਗ ਹੋਣ ਕਾਰਨ ਸਾਰੀਆਂ ਰੋਟੀਆਂ ਸੜ ਕੇ ਸੁਆਹ ਹੋ ਗਈਆਂ। ਉਸਨੇ ਫਿਰ ਰੋਟੀਆਂ ਨੂੰ ਤੰਦੂਰ ਵਿੱਚ ਲਾਇਆ, ਪਰ ਜਦੋਂ ਉਸਨੇ ਰੋਟੀਆਂ ਕੱਢੀਆਂ ਤਾਂ ਉਹ ਰੋਟੀਆਂ ਵੀ ਸੜੀਆਂ ਹੋਈਆਂ ਸਨ। ਇਸ ਤਰ੍ਹਾਂ ਉਹ ਵਾਰੀ-ਵਾਰੀ ਰੋਟੀਆਂ ਬਣਾ ਕੇ ਤੰਦੂਰ ਵਿੱਚ ਲਾ ਰਹੀ ਸੀ ਤੇ ਹਰ ਵਾਰੀ ਜਦੋਂ ਰੋਟੀਆਂ ਕੱਢ ਰਹੀ ਤਾਂ ਉਹ ਸੜੀਆਂ ਹੋਈਆਂ ਨਿਕਲ ਰਹੀਆਂ ਸਨ। ਉਹ ਸੜੀਆਂ ਹੋਈਆਂ ਰੋਟੀਆਂ ਤੰਦੂਰ ਵਿੱਚੋਂ ਕੱਢ-ਕੱਢ ਕੇ ਸੁੱਟਦੀ ਜਾ ਰਹੀ ਸੀ। ਨਾ ਆਟਾ ਮੁੱਕਦਾ ਸੀ ਤੇ ਨਾ ਹੀ ਤੰਦੂਰ ਦੀ ਅੱਗ ਮੱਠੀ ਹੋ ਰਹੀ ਸੀ। ਨਾ ਹੀ ਉਹ ਰੋਟੀਆਂ ਬਣਾਉਣਾ ਬੰਦ ਕਰ ਸਕਦੀ ਸੀ। ਹਾਲਾਂਕਿ ਉਹ ਥੱਕ ਹਾਰ ਚੁੱਕੀ ਸੀ, ਪਰ ਫਿਰ ਵੀ ਪਤਾ ਨਹੀਂ ਕਿਉਂ ਉਹ ਰੋਟੀਆਂ ਬਣਾਉਣ ਤੋਂ ਰੁਕ ਨਹੀਂ ਸਕਦੀ ਸੀ। ਉਸਨੂੰ ਇਹ ਅਹਿਸਾਸ ਹੋ ਰਿਹਾ ਸੀ ਕਿ ਜਿਵੇਂ ਕੋਈ ਸ਼ਕਤੀ, ਕੋਈ ਤਾਕਤ ਉਸਨੂੰ ਇਹ ਕੰਮ ਜਾਰੀ ਰੱਖਣ ਲਈ ਮਜਬੂਰ ਕਰ ਰਹੀ ਹੈ। ਉਸਦੇ ਹੱਥ ਤੇਜ਼ੀ ਨਾਲ ਆਪਣੇ ਆਪ ਕੰਮ ਕਰ ਰਹੇ ਸੀ। ਉਹ ਸਾਰਾ ਦਿਨ ਰੋਟੀਆਂ ਬਣਾਉਂਦੀ ਰਹੀ ਤੇ ਸਾੜਦੀ ਰਹੀ। ਨਾ ਸਿਰਫ ਰਸੋਈ ਵਿੱਚ, ਸਗੋਂ ਰਸੋਈ ਦੇ ਬਾਹਰ ਵਿਹੜੇ ਵਿੱਚ ਵੀ ਸੜੀਆਂ ਹੋਈਆਂ ਰੋਟੀਆਂ ਦੇ ਢੇਰ ਲੱਗ ਗਏ। ਸੋ ਜਿਵੇਂ ਸੂਰਜ ਡੁੱਬਿਆ, ਸਿਰਫ ਭਾਂਡੇ ਵਿੱਚੋਂ ਆਟਾ ਹੀ ਨਹੀਂ ਮੁੱਕਿਆ, ਸਗੋਂ ਤੰਦੂਰ ਵੀ ਨਾਲ ਦੀ ਨਾਲ ਠੰਡਾ ਪੈ ਗਿਆ। ਸੜੀਆਂ ਹੋਈਆਂ ਰੋਟੀਆਂ ਦੇ ਢੇਰ ਕੋਲ ਉਹ ਬਹੁਤ ਦੇਰ ਤੱਕ ਦਰਵੇਸ਼ ਦੀ ਉਸ ਦੁਆ ਨੂੰ ਕੋਸਦੀ ਰਹੀ ਤੇ ਸਿਰ ਫੜ ਕੇ ਆਪਣੇ ਲਾਲਚ ਦਾ ਫਲ ਵੇਖਦੀ ਰਹੀ। ਸੋ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਨੀਅਤ ਤੇ ਰਵੱਈਆ ਹੀ ਸਾਡੀ ਤਕਦੀਰ ਬਦਲ ਸਕਦੇ ਨੇ। ਇੱਕ ਗਰੀਬ ਵਿਧਵਾ ਜਿਹਦੇ ਕੋਲ ਆਪਣੇ ਬੱਚਿਆਂ ਦੀ ਰੋਜੀ ਰੋਟੀ ਮੁਸ਼ਕਿਲ ਨਾਲ ਪੂਰੀ ਹੁੰਦੀ ਸੀ, ਉਹਨੇ ਆਪਣੇ ਘਰ ਦੇ ਦਰਵਾਜ਼ੇ ਖੋਲ ਕੇ ਇੱਕ ਥੱਕੇ ਹਾਰੇ ਮੁਸਾਫਰ ਨੂੰ ਆਰਾਮ ਕਰਨ ਦਿੱਤਾ। ਉਹਦੀ ਨੀਅਤ ਨੇ ਉਸਦੇ ਘਰ ਵਿੱਚ ਚਮਤਕਾਰ ਕਰ ਦਿੱਤਾ। ਦੂਜੇ ਪਾਸੇ ਅਮੀਰ ਔਰਤ ਨੇ ਆਪਣੇ ਹੰਕਾਰ ਤੇ ਲਾਲਚ ਵਿੱਚ ਫਸ ਕੇ ਉਸ ਦਰਵੇਸ਼ ਨੂੰ ਠੁਕਰਾ ਦਿੱਤਾ। ਪਰ ਜਦੋਂ ਉਸਨੂੰ ਅਸਲ ਸੱਚਾਈ ਦਾ ਅਹਿਸਾਸ ਹੋਇਆ ਤਾਂ ਪਛਤਾਵਾ ਉਹਦੇ ਹੱਥਾਂ ਤੋਂ ਕੁਝ ਨਹੀਂ ਬਚਾ ਸਕਿਆ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਦਿਲ ਦੀ ਅਮੀਰੀ ਦੌਲਤ ਦੀ ਅਮੀਰੀ ਤੋਂ ਵੱਧ ਮਹੱਤਵ ਰੱਖਦੀ ਹੈ। ਜੇ ਨੀਅਤ ਸਾਫ਼ ਹੋਵੇ ਤਾਂ ਰੱਬ ਆਪਣੇ ਭਗਤਾਂ ਰਾਹੀਂ ਅਜਿਹੇ ਚਮਤਕਾਰ ਕਰਦਾ ਹੈ ਜੋ ਸਾਡੀ ਸੋਚ ਤੋਂ ਵੀ ਪਰੇ ਹੁੰਦੇ ਹਨ।
ਸੋ ਅਸੀਂ ਆਪਣੇ ਰਵੱਈਏ, ਸੋਚ ਤੇ ਨੀਅਤ ਨੂੰ ਬਿਹਤਰ ਬਣਾਈਏ, ਕਿਉਂਕਿ ਰੱਬ ਦੀ ਰਹਿਮਤ ਕਿਸੇ ਵੀ ਰੂਪ ਵਿੱਚ ਹੋ ਸਕਦੀ ਹੈ। ਤੋ ਸਾਧ ਸੰਗਤ ਜੀ, ਤੁਹਾਨੂੰ ਮੇਰੀ ਅੱਜ ਦੀ ਇਹ ਕਹਾਣੀ ਕਿਵੇਂ ਦੀ ਲੱਗੀ, ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਇਸ ਕਹਾਣੀ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰਨ ਦੀ ਕੋਸ਼ਿਸ਼ ਜ਼ਰੂਰ ਕਰਿਓ। ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਇਸ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ। ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖਣਾ ਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।